ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਪਾਈ ਮੀਤ ਸੁਰਦ ਕੀਏ, ਵਿਖਿਆ ਰਚਿਆ ਬਾਦ। ਜਾਂਦੇ ਬਿਲਬ ਨ ਹੋਵਈ, ਵਿਣਨਾ ਵੇ ਵਿਸਮਾਦ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਤੀਸੇ ਸੋ ਵਿੰਸਣਾ। ਮਨ ਕੀ ਮਤ ਤਿਆਗ ਰਹਾਓ, ਜਿਉ ਕੂਕਰ ਹਰ ਕਾਇਆ। ਤਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣਈ। ਭੁਖ ਭੁਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ। ਫਿਰ ਜੋਨੀ ਪਾਏ, ਮਾਇਆ ਜਾਲ ਪਸਾਰਿਆ। ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ। ਨਿਕਸ ਨ ਪਾਏ ਮਾਏ, ਜਿਨ ਕੀਤਾ ਤਿਸੇ ਨ ਜਾਣਈ। ਫਿਰ ਆਵੇ ਜਾਏ, ਅਨੇਕ ਪ੍ਰਕਾਰੀ ਮੋਇਆ। ਬਹੁਬਿਧ ਇਹ ਸੰਸਾਰ, ਜਿਸਨੂੰ ਰੱਖੇ ਸੋ ਰਹੇ। ਸਮਰੱਥ ਪੁਰਖ ਅਪਾਰ, ਹਰ ਜਨ ਹਰ ਲਿਵ ਉਧਰੇ। ਨਾਨਕ ਸਦ ਬਲਹਾਰ, ਜਿਸਨੂੰ ਚਖੇ ਸੋ ਰਹੇ। ਸਮਰੱਥ ਪੁਰਖ ਅਪਾਰ, ਹਰ ਜਨ ਹਰ ਲਿਵ ਉਧਰੇ। ਨਾਨਕ ਸਦ ਬਲਹਾਰ। ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਸੰਸਾਰਿਕ ਪਦਾਰਥਾਂ ਨੂੰ ਮਨੁੱਖ ਨੇ ਮਿੱਠਾ ਸਮਝ ਕੇ ਖਾਇਆ ਹੈ, ਅੰਤ ਵਿੱਚ ਉਹਨਾਂ ਪਦਾਰਥਾਂ ਤੋਂ ਕੌੜਾ ਸਵਾਦ ਹੀ ਆਇਆ ਹੈ। ਭਾਵ ਉਹ ਗੁਰਮੁਖ ਦੇ ਅਧਿਆਤਮਿਕ ਮਾਰਗ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਰੁਕਾਵਟ ਹੀ ਬਣੇ ਹਨ। ਅਤੇ ਜਿਤਨੇ ਭਰਾ ਮਿੱਤਰ ਸ਼ੁਭ ਚਿੰਤਕ ਅਸੀਂ ਬਣਾਏ ਹੋਏ ਹਨ, ਉਤਨਾ ਹੀ ਮਾਇਆਵੀ ਵਾਦ ਵਿਵਾਦ ਉਸ ਕਰਕੇ ਅਸੀਂ ਖੜਾ ਕੀਤਾ ਹੋਇਆ ਹੈ। ਇਹਨਾਂ ਸਾਰਿਆਂ ਦੇ ਹੋਣ ਵਿੱਚ ਦੇਰੀ ਨਹੀਂ ਲੱਗਦੀ ਅਤੇ ਹਰਨਾਮ ਤੋਂ ਬਿਨਾਂ ਹੈਰਾਨੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੂੰ ਸਤਿਗੁਰ ਦੀ ਸੇਵਾ ਵਿੱਚ ਆ ਕੇ ਲੱਗ ਜਾ, ਕਿਉਂਕਿ ਇਸ ਸੰਸਾਰ ਵਿੱਚ ਜੋ ਕੁਝ ਦਿਸਦਾ ਹੈ ਉਹ ਸਭ ਕੁਝ ਨਾਸ਼ਮਾਨ ਹੈ। ਇਸ ਕਰਕੇ ਆਪਣੇ ਮਨ ਦੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ। ਭਾਵ ਮਨਮੁਖਤਾ ਤੋਂ ਗੁਰਮੁਖਤਾ ਵੱਲ ਦੇ ਰਸਤੇ ਉੱਤੇ ਚੱਲ। ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ 10 ਦਿਸ਼ਾਵਾਂ ਵਿੱਚ ਜਾ ਕੇ ਭੱਜਿਆ ਫਿਰਦਾ ਹੈ, ਉਸੇ ਤਰ੍ਹਾਂ ਲੋਭੀ ਵਿਅਕਤੀ ਵੀ ਵਾਸਤਵਿਕਤਾ ਨੂੰ ਨਹੀਂ ਸਮਝਦਾ ਅਤੇ ਖਾਣ ਯੋਗ ਅਤੇ ਨਾ ਖਾਣ ਯੋਗ ਸਭ ਕੁਝ ਖਾਈ ਜਾਂਦਾ ਹੈ। ਉਹ ਮਨਮੁਖ ਕਾਮ ਕ੍ਰੋਧ ਦੇ ਨਸ਼ੇ ਵਿੱਚ ਮਦਹੋਸ਼ ਹੋਇਆ ਬਾਰ-ਬਾਰ ਜੂਨਾਂ ਵਿੱਚ ਪੈਂਦਾ ਹੈ। ਭਾਵ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਮਾਇਆ ਨੇ ਸਾਰੇ ਸੰਸਾਰ ਵਿੱਚ ਆਪਣਾ ਜੰਜਾਲ ਪਸਾਰਿਆ ਹੋਇਆ ਹੈ ਅਤੇ ਉਸ ਵਿੱਚ ਖਾਣ ਲਈ ਸੰਸਾਰਿਕ ਪਦਾਰਥਾਂ ਅਤੇ ਵਾਸਨਾਵਾਂ ਦਾ ਚੋਗਾ
ਭਾਵ ਚੋਲਾ ਪਾਇਆ ਹੋਇਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮਾਂ, ਉਸ ਜਾਲ ਵਿੱਚ ਤ੍ਰਿਸ਼ਨਾ ਰੂਪੀ ਪੰਛੀ ਫਸਿਆ ਹੋਇਆ ਹੈ ਅਤੇ ਕਿਸੇ ਤਰ੍ਹਾਂ ਉਸ ਤੋਂ ਖਲਾਸ ਨਹੀਂ ਹੋ ਸਕਦਾ, ਭਾਵ ਛੁਟਕਾਰਾ ਨਹੀਂ ਪਾ ਸਕਦਾ। ਜਿਸ ਕਰਨਹਾਰ ਪਰਮਾਤਮਾ ਨੇ ਸਿਰਜਣਾ ਕੀਤੀ ਹੈ, ਉਸ ਨੂੰ ਮਨਮੁਖ ਨਹੀਂ ਪਹਿਚਾਣਦਾ। ਇਸ ਕਰਕੇ ਇਹ ਮਨਮੁਖ ਬਾਰ-ਬਾਰ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ, ਭਾਵ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਮਾਇਆ ਨੇ ਅਨੇਕਾਂ ਢੰਗਾਂ ਨਾਲ ਅਤੇ ਬਹੁਤ ਵਧੀਆ ਵਿਧੀਆਂ ਨਾਲ, ਭਾਵ ਤਰੀਕਿਆਂ ਨਾਲ ਇਸ ਸੰਸਾਰ ਨੂੰ ਮੋਹਿਆ ਹੋਇਆ ਹੈ, ਜਿਸ ਦੀ ਉਹ ਸਰਬ ਸਮਰੱਥ ਅਪਾਰ ਪੁਰਖ ਪਰਮਾਤਮਾ ਆਪ ਰੱਖਿਆ ਕਰੇ। ਉਹੀ ਮਨੁੱਖ ਮਾਇਆਵੀ ਪ੍ਰਪੰਚ ਤੋਂ ਬਚ ਸਕਦਾ ਹੈ। ਜੋ ਗੁਰਮੁਖ ਭਗਤ ਸਾਧਕ ਹਰਨਾਮ ਵਿੱਚ ਲਿਵ ਲਗਾਉਂਦੇ ਹਨ, ਉਹਨਾਂ ਦਾ ਹੀ ਉਧਾਰ ਹੁੰਦਾ ਹੈ। ਫਿਰ ਪਰਮਾਤਮਾ ਉਹਨਾਂ ਤੋਂ ਕੁਰਬਾਨ ਜਾਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਦੇ ਸਾਰੇ ਸਵਾਦ ਅਤੇ ਸਾਰੇ ਸੰਬੰਧ ਕੌੜੇ ਹਨ, ਭਾਵ ਸਦੀਵੀ ਨਹੀਂ ਹਨ, ਕਿਉਂਕਿ ਇਹ ਇੱਕ ਨਾ ਇੱਕ ਦਿਨ ਖਤਮ ਹੋ ਜਾਂਦੇ ਹਨ। ਬਦਲੇ ਵਿੱਚ ਅਕਸਰ ਮਨ ਦੇ ਵਿਕਾਰ ਹੀ ਪੈਦਾ ਕਰਦੇ ਹਨ ਜਾਂ ਰਿਸ਼ਤੇ ਦੀਆਂ ਤਲਖੀਆਂ, ਭਾਵ ਕੌੜਾਪਨ ਪੈਦਾ ਕਰਦੇ ਹਨ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਪਾਈ ਮੀਤ ਸੁਰਦ ਕੀਏ, ਵਿਖਿਆ ਰਚਿਆ ਬਾਦ, ਜਾਂਦੇ ਬਿਲਮ ਨਾ ਹੋਵਈ, ਬਿਨ ਨਾਵੇਂ ਬਿਸਮਾਦ। ਗੁਰੂ ਜੀ ਉਪਦੇਸ਼ ਦਿੰਦੇ ਹਨ, ਮੇਰੇ ਮਨ, ਸਤਿਗੁਰ ਕੀ ਸੇਵਾ ਲਾਗ, ਜੋ ਦੀਸੇ ਸੋ ਵਿਣਸਣਾ, ਮਨ ਕੀ ਮਤ ਤਿਆਗ ਰਹਾਓ। ਸਤਿਗੁਰੂ ਤੋਂ ਆਤਮਿਕ ਗਿਆਨ ਲਵੋ। ਇਸ ਗਿਆਨ ਦੇ ਮਿਲਿਆ ਹੀ ਤੁਹਾਨੂੰ ਇਹ ਸਮਝ ਆਏਗੀ ਕਿ ਸੱਚ ਸਭ ਦ੍ਰਿਸ਼ਮਾਨ ਜਗਤ ਬਿਨਸਨਹਾਰ ਹੈ, ਮਿਟ ਜਾਣ ਵਾਲਾ ਹੈ। ਪਰ ਮਨੁੱਖ ਦੀ ਦਸ਼ਾ ਕੀ ਹੈ? ਜਿਉਂ ਕੂਕਰ ਹਰਕਾਇਆ, ਤਾਵੇ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਭੁੱਖ ਭੁੱਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੋਨੀ ਪਾਏ। ਮਨਮੁਖ ਇੱਕ ਪਾਗਲ ਕੁੱਤੇ ਦੀ ਤਰ੍ਹਾਂ ਹਰ ਪਾਸੇ ਭੱਜਦਾ ਫਿਰਦਾ ਹੈ। ਚੰਗੀ ਮੰਦੀ ਦੀ ਇਸ ਨੂੰ ਕੋਈ ਤਹਿਜ਼ੀਬ, ਵਿਵੇਕ, ਬੁੱਧ ਨਹੀਂ ਹੈ ਅਤੇ ਕਾਮ ਕ੍ਰੋਧ ਵਿੱਚ ਫਸਿਆ ਮੁੜ ਆਪਣੀਆਂ ਹਰਕਤਾਂ ਨੂੰ ਦੁਹਰਾਉਂਦਾ ਰਹਿੰਦਾ ਹੈ। ਪਰ ਇਹ ਜਾਲ ਮਾਇਆ ਦਾ ਬਣਾਇਆ ਹੋਇਆ ਹੈ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ। ਇਸ ਜਗਤ ਨੂੰ ਇਸ ਮਾਇਆ ਨੇ ਅਨੇਕ ਕਿਸਮਾਂ ਦੇ ਰੂਪ ਰੰਗ ਵਿੱਚ ਫਸਾਇਆ ਹੋਇਆ ਹੈ।
ਅਨੇਕ ਪ੍ਰਕਾਰੀ ਮੋਇਆ ਬਹੁਬਿਧ ਇਹ ਸੰਸਾਰ। ਇਸ ਸੰਸਾਰ ਵਿਚਲਾ ਸਭ ਕੁਝ ਨਾਸ਼ਮਾਨ ਹੈ, ਪਰ ਮਨੁੱਖ ਜੀਵ ਲੋਭ ਵਿੱਚ ਫਸਿਆ ਬਿਨਾਂ ਵਿਚਾਰੇ ਮਾਇਆਵੀ ਪਦਾਰਥਾਂ ਦਾ ਸੇਵਨ ਕਰੀ ਜਾਂਦਾ ਹੈ ਅਤੇ ਉਸ ਵਿੱਚ ਫਸਿਆ ਹੋਇਆ ਹੈ। ਇਸ ਦੇ ਫਲਸਰੂਪ ਆਵਾਗਮਨ ਵਿੱਚ ਪਿਆ ਰਹਿੰਦਾ ਹੈ। ਜਿਹੜੇ ਗੁਰਮੁਖ ਪਰਮਾਤਮਾ ਦੇ ਦੱਸੇ ਰਸਤੇ ਉੱਤੇ ਚੱਲਦੇ ਹਨ, ਉਹ ਪਰਮਾਤਮਾ ਉਹਨਾਂ ਤੋਂ ਸਦਕੇ ਜਾਂਦਾ ਹੈ, ਭਾਵ ਆਪਣੀ ਮਿਹਰ ਕਰਕੇ ਉਹਨਾਂ ਨੂੰ ਬਚਾ ਲੈਂਦਾ ਹੈ। ਇਸ ਤੋਂ ਛੁਟਕਾਰਾ ਕੇਵਲ ਗੁਰੂ ਤੋਂ ਮਿਲਿਆ ਹੈ। ਆਤਮਿਕ ਗਿਆਨ ਹੈ। ਹਰ ਜਨ ਹਰ ਲਿਵ ਉਧਰੇ, ਨਾਨਕ ਸਦ ਬਲਿਹਾਰ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।